Good morning, students. In this lecture, we discuss progress under plans or achievements under economic planning. First point is economic development or increase in national income. Increase in national income is an index of economic development. Economic development ਤਾਂ ਹੀ possible ਆ ਜਦੋਂ national income increase ਕਰਦੀ ਹੈ ਕਿਸੇ ਵੀ ਕੰਟਰੀ ਦੀ ਪਲੈਨਿੰਗ ਪੀਰੀਅਡ ਤੋਂ ਪਹਿਲਾਂ ਇਕਨੋਮਿਕ ਪਲੈਨਿੰਗ ਤੋਂ ਪਹਿਲਾਂ ਜਿਹੜੀ ਨੈਸ਼ਨਲ ਇਨਕਮ ਵਿੱਚ ਗਰੋਥ ਰੇਟ ਸੀ ਉਹ ਜਸਟ 0.5% ਸੀ ਅਤੇ ਇੰਡੀਅਨ ਇਕੋਨਮੀ ਉਸ ਟਾਈਮ ਇੱਕ ਸਟੈਗਨੇਟ ਇਕੋਨਮੀ ਸੀ। ਡਿਊਰਿੰਗ ਦੀ ਪੀਰੀਅਡ ਆਫ 5 years ਨੈਸ਼ਨਲ ਇਨਕਮ ਦੇ ਵਿੱਚ ਜਿਹੜੀ ਇਨਕਰੀਜ਼ਡ ਰੇਟ ਸੀ ਐਵਰੇਜ ਰੇਟ ਜਿਹੜੀ ਸੀ ਉਹ 5.1% ਪਰ ਐਨੂਅਮ ਸੀ ਐਟ ਕੌਂਸਟੈਂਟ ਪ੍ਰਾਈਸ। 50 to 51 ਤੋਂ ਲੈ ਕੇ 2018 ਅਤੇ 19 ਤੱਕ ਉਹਦੇ ਵਿੱਚ ਜਿਹੜੀ ਐਵਰੇਜ ਰੇਟ ਸੀ 5.1% ਰਹੀ। 2016 ਅਤੇ 17 ਦੇ ਵਿੱਚ ਗਰੋਥ ਰੇਟ ਨੈਸ਼ਨਲ ਇਨਕਮ ਵਿੱਚ ਸੀ 7.1%, 2017 ਅਤੇ 18 ਦੇ ਵਿੱਚ 6.9%, 18 ਅਤੇ 19 ਦੇ ਵਿੱਚ ਜਿਹੜੀ ਐਕਸਪੈਕਟਡ ਗਰੋਥ ਰੇਟ ਸੀ ਉਹ 6.8% ਸੀ। ਐਂਡ 11th ਪਲਾਨ ਦੇ ਵਿੱਚ ਗਰੋਥ ਰੇਟ ਆਫ ਨੈਸ਼ਨਲ ਇਨਕਮ 7.9% ਸੀ ਐਂਡ 12th ਪਲਾਨ ਦੇ ਵਿੱਚ 6.7%। ਇਹ ਸ਼ੋਅ ਕੀ ਕਰਦੀ ਆ ਕਿ ਨਾ ਉਹ ਹੁਣ ਨੈਸ਼ਨਲ ਇਨਕਮ ਜਿਹੜਾ ਵਿੱਚ ਇਨਕਰੀਜ਼ ਉਹ ਸਟਾਰਟ ਹੋ ਗਿਆ, ਹੌਲੀ ਹੌਲੀ ਇਨਕਰੀਜ਼ ਕਰਦੀ ਜਾ ਰਹੀ ਹੈ ਨੈਸ਼ਨਲ ਇਨਕਮ ਐਜ਼ ਕੰਪੇਅਰ ਟੂ ਪ੍ਰੀਵੀਅਸ ਪੀਰੀਅਡ। ਸੈਕਿੰਡ ਪੁਆਇੰਟ ਇਜ਼ ਇਨਕਰੀਜ਼ ਇਨ ਪਰ ਕੈਪੀਟਾ ਇਨਕਮ। ਬਿਫੋਰ ਇੰਡੀਪੈਂਡੈਂਸ ਜਿਹੜੀ ਪਰ ਕੈਪੀਟਾ ਇਨਕਮ ਦੇ ਵਿੱਚ ਇਨਕਰੀਜ਼ ਰੇਟ ਸੀ ਉਹ ਆਲਮੋਸਟ ਜ਼ੀਰੋ ਦੇ ਬਰਾਬਰ ਸੀ, ਨਾ ਬਰਾਬਰ ਸੀ। ਬਟ ਡਿਊਰਿੰਗ ਦ ਪੀਰੀਅਡ ਆਫ ਪਲੈਨਿੰਗ ਇਟ ਇਨਕਰੀਜ਼ ਐਟ ਦੀ ਰੇਟ ਆਫ ਅਰਾਊਂਡ 3% ਪਰ ਐਨੂਅਮ ਐਟ 2004 and 5 prices। ਇਨ ਦ 11th ਪੀਰੀਅਡ ਜਿਹੜੀ ਪਰ ਕੈਪੀਟਾ ਇਨਕਮ ਦੇ ਵਿੱਚ ਗਰੋਥ ਰੇਟ 6.5% ਸੀ। 12th ਪੀਰੀਅਡ ਦੇ ਵਿੱਚ ਪਰ ਕੈਪੀਟਾ ਇਨਕਮ ਵਿੱਚ ਗਰੋਥ ਰੇਟ 5.4% ਸੀ ਐਂਡ 2016 17 ਅਤੇ 18 ਦੇ ਵਿੱਚ ਜਿਹੜੀ ਪਰ ਕੈਪੀਟਾ ਇਨਕਮ ਵਿੱਚ ਗਰੋਥ ਰੇਟ 5.8 ਐਂਡ 5.7 ਰਿਸਪੈਕਟਿਵਲੀ ਸੀ। ਨੈਕਸਟ ਇਜ਼ ਇਨਕਰੀਜ਼ ਇਨ ਦੀ ਰੇਟ ਆਫ ਕੈਪੀਟਲ ਫਾਰਮੇਸ਼ਨ। ਕੈਪੀਟਲ ਫਾਰਮੇਸ਼ਨ ਇੱਕ ਬਹੁਤ ਹੀ ਸਿਗਨੀਫਿਕੈਂਟ ਰੋਲ ਪਲੇ ਕਰਦਾ ਹੈ ਕਿਸੇ ਵੀ ਕੰਟਰੀ ਦੇ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ। ਡਿਊਰਿੰਗ ਦੀ ਪੀਰੀਅਡ ਆਫ 5 year ਪਲਾਨਸ ਕੈਪੀਟਲ ਫਾਰਮੇਸ਼ਨ ਦੇ ਵਿੱਚ ਬਹੁਤ ਹੀ ਜ਼ਿਆਦਾ ਇਨਕਰੀਜ਼ ਹੋਇਆ ਐਂਡ ਰੇਟ ਆਫ ਕੈਪੀਟਲ ਫਾਰਮੇਸ਼ਨ ਡਿਪੈਂਡਸ ਔਨ ਦਾ ਰੇਟ ਆਫ ਸੇਵਿੰਗ ਐਂਡ ਇਨਵੈਸਟਮੈਂਟ। ਕੈਪੀਟਲ ਫਾਰਮੇਸ਼ਨ ਦੀ ਰੇਟ ਸੇਵਿੰਗ ਅਤੇ ਇਨਵੈਸਟਮੈਂਟ ਦੇ ਉੱਪਰ ਡਿਪੈਂਡ ਕਰਦੀ ਹੈ ਐਂਡ ਡਿਊਰਿੰਗ ਦਾ ਪੀਰੀਅਡ ਆਫ ਪਲੈਨਿੰਗ ਰੇਟ ਆਫ ਸੇਵਿੰਗ ਅਤੇ ਇਨਵੈਸਟਮੈਂਟ ਵਿੱਚ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋਇਆ। 1950 ਅਤੇ 51 ਦੇ ਵਿੱਚ ਕੈਪੀਟਲ ਫਾਰਮੇਸ਼ਨ 8.7% ਸੀ ਆਫ GDP ਐਂਡ 2016 ਅਤੇ 17 ਦੇ ਵਿੱਚ ਇਨਕਰੀਜ਼ ਕਰਕੇ ਕਿੰਨਾ ਹੋ ਗਿਆ 30.6% ਆਫ GDP। ਨੈਕਸਟ ਇਜ਼ ਇੰਸਟੀਟਿਊਸ਼ਨਲ ਰਿਫੋਰਮਸ ਇਨ ਐਗਰੀਕਲਚਰ ਐਂਡ ਗ੍ਰੀਨ ਰੈਵੋਲਿਊਸ਼ਨ। Contribution of plants in the development of agriculture has been of two kinds. First is land reforms and second is technological development. ਚਾਹੇ ਲੈਂਡ ਰਿਫੋਰਮਸ ਨੂੰ ਹਜੇ ਤੱਕ ਫੁੱਲੀ ਇੰਪਲੀਮੈਂਟ ਨਹੀਂ ਕੀਤਾ ਗਿਆ। ਇਨ 1966 ਦੇ ਵਿੱਚ ਟੈਕਨੋਲੋਜੀਕਲ ਡਿਵੈਲਪਮੈਂਟ ਆਫ ਐਗਰੀਕਲਚਰ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਜਿਸ ਦੇ ਕਾਰਨ ਗ੍ਰੀਨ ਰੈਵੋਲਿਊਸ਼ਨ ਆਇਆ 1966 ਦੇ ਵਿੱਚ। ਡਿਊਰਿੰਗ ਦ ਪੀਰੀਅਡ ਆਫ ਪਲਾਨ ਪ੍ਰੋਡਕਸ਼ਨ ਆਫ ਫੂਡ ਗ੍ਰੇਨਸ ਇਨਕਰੀਜ਼ਡ ਮੋਰ ਦੈਨ 4-fold। ਇਨ 1951-52 ਦੇ ਵਿੱਚ ਜਿਹੜਾ ਫੂਡ ਗ੍ਰੇਨਸ ਦਾ ਪ੍ਰੋਡਕਸ਼ਨ ਸੀ ਉਹ 550 ਲੱਖ ਟਨ ਸੀ। 2017 ਅਤੇ 18 ਦੇ ਵਿੱਚ ਇਨਕਰੀਜ਼ ਕਰਕੇ ਕੀ ਹੋ ਗਿਆ 2775 ਲੱਖ ਟਨਸ। 1950-51 ਦੇ ਵਿੱਚ ਜਿਹੜਾ ਏਰੀਆ ਇਰੀਗੇਸ਼ਨ ਦੇ ਅੰਡਰ ਸੀ ਉਹ ਜਸਟ 17% ਸੀ ਐਂਡ 2013 ਅਤੇ 14 ਦੇ ਵਿੱਚ ਉਹ ਇਨਕਰੀਜ਼ ਕਰਕੇ ਕਿੰਨਾ ਹੋ ਗਿਆ 14.7%। ਐਂਡ ਡਿਊਰਿੰਗ ਦਾ ਪੀਰੀਅਡ ਆਫ ਪਲੈਨਿੰਗ ਐਗਰੀਕਲਚਰ ਪ੍ਰੋਡਕਸ਼ਨ ਜਿਹੜੀ ਗਰੋਥ ਰੇਟ ਸੀ ਉਹ 2.7% ਪਰ ਐਨੂਅਮ ਔਨ ਦਾ ਐਵਰੇਜ ਸੀ। ਡਿਊਰਿੰਗ ਦਾ ਪੀਰੀਅਡ ਆਫ ਪਲੈਨਿੰਗ ਜਿਹੜੀ ਐਗਰੀਕਲਚਰ ਪ੍ਰੋਡਕਸ਼ਨ ਸੀ ਉਹ ਬਹੁਤ ਜ਼ਿਆਦਾ ਇਨਕਰੀਜ਼ ਕੀਤਾ। ਜਿਹੜਾ ਪਰ ਹੈਕਟੇਅਰ ਪ੍ਰੋਡਕਸ਼ਨ ਸੀ ਉਹ ਬਹੁਤ ਜ਼ਿਆਦਾ ਇਨਕਰੀਜ਼ ਕਰ ਗਿਆ ਡਿਊ ਟੂ ਐਪਲੀਕੇਸ਼ਨ ਆਫ ਸਾਇੰਟੀਫਿਕ ਮੈਥਡ ਆਫ ਕਲਟੀਵੇਸ਼ਨ ਐਂਡ ਵਧੀਆ ਜਦੋਂ ਸੀਡਸ ਅਤੇ ਕੈਮੀਕਲ ਫਰਟੀਲਾਈਜ਼ਰ ਨੂੰ ਯੂਜ਼ ਕਰਨਾ ਸਟਾਰਟ ਕੀਤਾ ਦੈਨ ਉਸ ਨਾਲ ਕੀ ਪਰ ਹੈਕਟੇਅਰ ਪ੍ਰੋਡਕਸ਼ਨ ਵੀ ਇਨਕਰੀਜ਼ ਕੀਤੀ। ਨੈਕਸਟ ਇਜ਼ ਡਿਵੈਲਪਮੈਂਟ ਆਫ ਇੰਡਸਟਰੀਜ਼। Plans have succeeded a lot in industrial sector.
ਬੇਸਿਕ ਤੇ ਜਿਹੜੀ ਕੈਪੀਟਲ ਗੁੱਡਸ ਇੰਡਸਟਰੀ ਸੀ ਲਾਈਕ ਆਇਰਨ ਸਟੀਲ ਮਸ਼ੀਨਰੀ ਕੈਮੀਕਲਸ ਫਰਟੀਲਾਈਜ਼ਰਸ, ਉਹਨਾਂ ਦਾ ਕੰਟਰੀ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਡੈਵਲਪ ਕੀਤਾ ਗਿਆ, ਪਬਲਿਕ ਸੈਕਟਰ ਨੂੰ ਐਕਸਪੈਂਡ ਕੀਤਾ ਗਿਆ ਐਂਡ ਕੰਟਰੀ ਨੂੰ ਆਲਮੋਸਟ ਸੈਲਫ ਸਫੀਸ਼ੀਐਂਟ ਬਣਾਇਆ ਗਿਆ ਇਨ ਦਾ ਮੈਟਰ ਆਫ ਕੰਜ਼ਿਊਮਰ ਗੁੱਡਸ ਦੇ ਮਾਮਲੇ ਵਿੱਚ, ਕੰਜ਼ਿਊਮਰ ਗੁੱਡਸ ਇੰਡਸਟਰੀ ਦੇ ਮੈਟਰ ਵਿੱਚ। ਅਤੇ ਇਸ ਤੋਂ ਇਲਾਵਾ ਇੰਡਸਟਰੀ ਦਾ ਡਿਵਰਸੀਫਿਕੇਸ਼ਨ ਅਤੇ ਮੋਡਰਨਾਈਜੇਸ਼ਨ ਕੀਤਾ ਗਿਆ, ਜਿਸ ਨਾਲ ਕੀ ਹੋਇਆ ਇੰਡਸਟਰੀਅਲ ਪ੍ਰੋਡਕਸ਼ਨ ਕੈਪੈਸਿਟੀ ਬਹੁਤ ਜ਼ਿਆਦਾ ਇਨਕਰੀਜ਼ ਕੀਤੀ। ਐਜ਼ ਏ ਰਿਜ਼ਲਟ ਆਫ ਪਲੈਨਿੰਗ ਜਿਹੜੀ ਇੰਡਸਟਰੀਅਲ ਪ੍ਰੋਡਕਸ਼ਨ ਗਰੋਥ ਰੇਟ ਉਹ 6.1% ਸੀ ਐਂਡ 2016 ਅਤੇ 17 ਦੇ ਵਿੱਚ ਐਂਡ 2017 ਅਤੇ 18 ਦੇ ਵਿੱਚ ਜਿਹੜੀ ਇੰਡਸਟਰੀਅਲ ਪ੍ਰੋਡਕਸ਼ਨ ਗਰੋਥ ਰੇਟ ਸੀ ਉਹ ਇਨਕਰੀਜ਼ ਕਰਕੇ 6.8% ਐਂਡ 6.1% ਹੋ ਗਈ ਰਿਸਪੈਕਟਿਵਲੀ। ਐਂਡ ਲਾਸਟ 6 ਪੁਆਇੰਟ ਇਜ਼ ਡਿਵੈਲਪਮੈਂਟ ਆਫ ਇਨਫਰਾਸਟਰਕਚਰ। ਇਕਨੋਮਿਕ ਇਨਫਰਾਸਟਰਕਚਰ ਦੇ ਵਿੱਚ ਇਨਕਲੂਡ ਕੀਤਾ ਜਾਂਦਾ ਲਾਈਕ ਟਰਾਂਸਪੋਰਟ, ਮੀਨਸ ਆਫ ਟਰਾਂਸਪੋਰਟ, ਕਮਿਊਨੀਕੇਸ਼ਨਸ, ਇਰੀਗੇਸ਼ਨ ਫੈਸਿਲਿਟੀਜ਼, ਪਾਵਰ ਜਨਰੇਸ਼ਨ ਕਪੈਸਿਟੀ ਐਕਸੈਟਰਾ। ਡਿਊਰਿੰਗ ਦਾ ਪਲੈਨਿੰਗ ਪੀਰੀਅਡ ਇਨਫਰਾਸਟਰਕਚਰ ਦੇ ਡਿਵੈਲਪਮੈਂਟ ਵੱਲ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ, ਪਾਵਰ ਜਨਰੇਸ਼ਨ ਕਪੈਸਿਟੀ ਨੂੰ ਇਨਕਰੀਜ਼ ਕੀਤਾ ਗਿਆ ਉਸਨੂੰ ਸਿਗਨੀਫਿਕੈਂਟਲੀ। ਇਸ ਤੋਂ ਇਲਾਵਾ ਕਿ ਰੋਡਸ ਨੂੰ ਇੰਪਰੂਵ ਕੀਤਾ ਗਿਆ, ਰੇਲਵੇ, ਸੀ ਪੋਰਟਸ, ਏਅਰਪੋਰਟਸ, ਏਅਰਲਾਈਨਸ, ਟੈਲੀਕਮਿਊਨੀਕੇਸ਼ਨ, ਬੈਂਕਿੰਗ, ਇੰਸ਼ੋਰੈਂਸ, ਇਸ ਸੈਕਟਰ ਦੇ ਡਿਵੈਲਪਮੈਂਟ ਵੱਲ ਧਿਆਨ ਦਿੱਤਾ ਗਿਆ। ਇਸ ਨਾਲ ਆਲ ਥੀਸ ਹੈਜ਼ ਹੈਲਪਡ ਇਨ ਅਚੀਵਿੰਗ ਫਾਸਟਰ ਇਕਨੋਮਿਕ ਗਰੋਥ ਰੇਟ, ਕਿ ਜਦੋਂ ਹਰ ਇੱਕ ਸੈਕਟਰ ਦੇ ਵਿੱਚ ਇਨਫਰਾਸਟਰਕਚਰ ਨੂੰ ਡਿਵੈਲਪ ਕੀਤਾ ਗਿਆ ਜਿਸ ਨਾਲ ਕੀ ਹੋਇਆ ਇਕਨੋਮਿਕ ਗਰੋਥ ਰੇਟ ਇਨਕਰੀਜ਼ ਹੋਈ। ਨੈਕਸਟ ਇਜ਼ ਸੋਸ਼ਲ ਸਰਵਿਸਿਜ਼। During the period of planning, social services like education, health, medical, family planning etc. ਇਹਨਾਂ ਦੇ ਡਿਵੈਲਪਮੈਂਟਸ ਵੱਲ ਜ਼ਿਆਦਾ ਧਿਆਨ ਦਿੱਤਾ ਗਿਆ। ਡੈਥ ਰੇਟ 2016 ਦੇ ਵਿੱਚ ਘੱਟ ਹੋ ਕੇ 6.5 ਪਰ 1000 ਹੋ ਗਈ ਐਜ਼ ਅਗੇਂਸਟ 40.8% ਸੀ ਜੋ ਕਿ 1951 ਦੇ ਵਿੱਚ। ਐਵਰੇਜ ਐਕਸਪੈਕਟੈਂਸੀ ਆਫ ਲਾਈਫ ਵੱਧ ਕੇ 69 ਈਅਰਸ ਹੋ ਗਈ 2017 ਦੇ ਵਿੱਚ, ਜਦਕਿ 1951 ਦੇ ਵਿੱਚ ਕਿੰਨੀ ਸੀ 33 ਈਅਰਸ। ਉਸ ਤੋਂ ਬਾਅਦ ਰਿਸਰਚ ਦੇ ਵਿੱਚ ਨੈਸ਼ਨਲ ਲੈਬੋਰੇਟਰੀਜ਼ ਅਤੇ ਰਿਸਰਚ ਸੈਂਟਰਸ ਐਸਟੈਬਲਿਸ਼ ਕੀਤੇ ਗਏ। ਐਜੂਕੇਸ਼ਨ ਦੇ ਵਿੱਚ ਨੰਬਰ ਆਫ ਸਕੂਲ ਗੋਇੰਗ ਸਟੂਡੈਂਟਸ ਨੂੰ ਇਨਕਰੀਜ਼ ਕੀਤਾ ਗਿਆ, ਕਾਲਜ, ਯੂਨੀਵਰਸਿਟੀਜ਼, ਪ੍ਰੋਫੈਸ਼ਨਲ ਕਾਲਜ, ਮੈਨੇਜਮੈਂਟ ਇੰਸਟੀਟਿਊਸ਼ਨ ਨੂੰ ਇਨਕਰੀਜ਼ ਕੀਤਾ ਗਿਆ। ਐਂਡ ਹੈਲਥ ਦੇ ਵਿੱਚ ਬਹੁਤ ਸਾਰੇ ਨੰਬਰ ਆਫ ਹੌਸਪੀਟਲਸ, ਬੈਡਸ, ਡਾਕਟਰ, ਨਰਸਿਸ, ਮੈਡੀਕਲ ਫੈਸਿਲਿਟੀਜ਼ ਲਾਈਕ ਫੈਮਿਲੀ ਪਲੈਨਿੰਗ ਕਲੀਨਿਕਸ, ਇਹਨਾਂ ਸਾਰਿਆਂ ਨੂੰ ਐਸਟੈਬਲਿਸ਼ ਕੀਤਾ ਗਿਆ। ਇਸ ਤੋਂ ਇਲਾਵਾ ਮੈਨੀ ਡੇਂਜਰਸ ਡਿਜ਼ੀਜ਼ ਸੀ ਲਾਈਕ ਮਲੇਰੀਆ ਹੋ ਗਿਆ, ਪੋਲੀਓ, ਇਹਨਾਂ ਨੂੰ ਘੱਟ ਕਰਨ ਦੇ ਲਈ ਇਹਨਾਂ ਦੇ ਲਈ ਰਿਸਰਚ ਕਰਕੇ ਇਹਨਾਂ ਲਈ ਇਲਾਜ ਲੱਭੇ ਗਏ। ਨੈਕਸਟ ਇਜ਼ ਇਨਕਰੀਜ਼ ਇਨ ਐਮਪਲੋਇਮੈਂਟ। ਐਮਪਲੋਇਮੈਂਟ ਓਪਰਚੁਨਿਟੀਜ਼ ਨੂੰ ਇਨਕਰੀਜ਼ ਕਰਨ ਦੇ ਲਈ ਸੈਵਰਲ ਮੇਜਰਸ ਨੂੰ ਅਡੋਪਟ ਕੀਤਾ ਗਿਆ। ਗਵਰਨਮੈਂਟ ਨੇ ਵੇਰੀਅਸ ਐਮਪਲੋਇਮੈਂਟ ਜਨਰੇਸ਼ਨ ਸਕੀਮਸ ਨੂੰ ਅਰਬਨ ਅਤੇ ਰੂਰਲ ਏਰੀਆ ਦੇ ਵਿੱਚ ਲਾਂਚ ਕੀਤਾ। ਇਸ ਤੋਂ ਇਲਾਵਾ ਮਾਈਕਰੋ ਅਤੇ ਸਮੋਲ ਇੰਡਸਟਰੀਜ਼ ਐਂਡ ਅਦਰ ਲੇਬਰ ਇੰਟੈਂਸਿਵ ਇੰਡਸਟਰੀਜ਼ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਤਾਂ ਜੋ ਐਮਪਲੋਇਮੈਂਟ ਨੂੰ ਇਨਕਰੀਜ਼ ਕੀਤਾ ਜਾ ਸਕੇ। ਇਨ 12th 5 ਈਅਰ ਪਲਾਨ ਦੇ ਵਿੱਚ ਗਵਰਨਮੈਂਟ ਦਾ ਟਾਰਗੇਟ ਸੀ ਕਿ 50 ਮਿਲੀਅਨ ਐਮਪਲੋਇਮੈਂਟ ਐਵੀਨਿਊ ਨੂੰ ਕ੍ਰੀਏਟ ਕਰਨਾ। ਨੈਕਸਟ ਇਜ਼ ਮੋਡਰਨਾਈਜੇਸ਼ਨ। Technological upgradation has been achieved in almost all the areas in the period of economic planning. During 5-year plans, efforts have been made for promoting research and development activities in all economic sectors. ਹਰ 5-year plans ਦੇ ਵਿੱਚ ਬਹੁਤ ਸਾਰੇ efforts ਕੀਤੇ ਗਏ ਕਿ research ਤੇ development activity ਨੂੰ promote ਕੀਤਾ ਜਾ ਕੇ economics ਦੇ ਹਰ sectors ਦੇ ਵਿੱਚ like agriculture ਦੇ ਵਿੱਚ new techniques ਨੂੰ adopt ਕਰਨਾ, industry ਦੇ ਵਿੱਚ service sector, infrastructure etc. ਜਿਸ ਨਾਲ ਕੀ ਸੀ ਜਦੋਂ ਨਿਊ ਟੈਕਨੋਲੋਜੀ ਅਤੇ ਨਿਊ ਮਸ਼ੀਨਸ ਨੂੰ ਯੂਜ਼ ਕੀਤਾ ਜਾਂਦਾ ਸੀ ਉਸ ਨਾਲ ਕੈਪੀਟਲ ਆਊਟਪੁੱਟ ਰੇਸ਼ੋ ਦੀ ਘੱਟ ਜ਼ਰੂਰਤ ਪੈਂਦੀ ਸੀ ਅਤੇ ਇਹ ਪ੍ਰੋਡਕਸ਼ਨ ਜ਼ਿਆਦਾ ਹੁੰਦਾ ਸੀਗਾ। ਇੰਡੀਅਨ ਇੰਡਸਟਰੀ ਦੀ ਮੋਡਰਨਾਈਜੇਸ਼ਨ ਹੋਣ ਦੇ ਕਾਰਨ ਉਹਦੇ ਨਾਲ ਇਕੋਨਮੀ ਨੂੰ ਕੀ ਹੈਲਪ ਮਿਲਿਆ ਕਿ ਇਕੋਨਮੀ ਦੇ ਐਕਸਪੋਰਟਸ ਵਿੱਚ ਵੀ ਐਕਸਪੋਰਟਸ ਜ਼ਿਆਦਾ ਵੱਧ ਗਏ। ਮੋਡਰਨਾਈਜੇਸ਼ਨ ਦੇ ਕਾਰਨ ਕਿ ਜਿਹੜੀ ਇਕੋਨਮੀ ਸੀ ਉਹ ਐਕਸਪੋਰਟ ਕਰ ਸਕਦੀ ਸੀ ਆਪਣੇ ਇੰਡਸਟਰੀਅਲ ਪ੍ਰੋਡਕਟਸ ਨੂੰ ਮੈਨੀ ਅਦਰ ਨੇਸ਼ਨਸ ਦੇ ਵਰਲਡ ਦੇ ਦੂਸਰੇ ਨੇਸ਼ਨਸ ਨੂੰ। ਮੋਡਰਨਾਈਜੇਸ਼ਨ ਇਨ ਐਗਰੀਕਲਚਰ ਹੈਜ਼ ਲੈਡ ਟੂ ਇਨਕਰੀਜ਼ ਇਨ ਐਗਰੀਕਲਚਰ ਪ੍ਰੋਡਕਟੀਵਿਟੀ। ਐਗਰੀਕਲਚਰ ਦੇ ਵਿੱਚ ਮੋਡਰਨਾਈਜੇਸ਼ਨ ਅਤੇ ਨਿਊ ਟੈਕਨੀਕਸ ਨੂੰ ਅਡੋਪਟ ਕਰਨ ਦੇ ਨਾਲ ਐਗਰੀਕਲਚਰ ਪ੍ਰੋਡਕਟੀਵਿਟੀ ਵੀ ਇਨਕਰੀਜ਼ ਕੀਤੀ। ਨੈਕਸਟ ਇਜ਼ ਐਕਸਪੋਰਟ ਪ੍ਰਮੋਸ਼ਨ, ਡਾਇਵਰਸੀਫਿਕੇਸ਼ਨ ਐਂਡ ਇੰਪੋਰਟ ਸਬਸਟੀਟਿਊਸ਼ਨ। During planning period,
एक्सपोर्ट्स हैव नॉट ओनली सिग्निफिकेंटली इंक्रीज, सिर्फ इंपोर्ट इंक्रीज ही नहीं होए, सिर्फ एक्सपोर्ट इंक्रीज ही नहीं होए, बट देयर हैज़ ऑल्सो बीन डाइवर्सिफिकेशन ऑफ एक्सपोर्ट आइटम्स। एक्सपोर्ट्स के कंपोजिशन दे विच भी डाइवर्सिफिकेशन है, उसके भी चेंजेस आए। नाउ इन एडिशन टू प्राइमरी प्रोडक्ट्स, सिर्फ प्राइमरी प्रोडक्ट्स तो इलावा हुण इंडिया मैन्युफैक्चरिंग गुड्स, इंजीनियरिंग गुड्स, ज्वैलरी, इन्फॉर्मेशन टैक्नोलॉजी सर्विसिज, इन्हां सारियां चीज़ां नूं भी एक्सपोर्ट करदा आ। इस तो इलावा इंपोर्ट सबसटीट्यूशन भी एक ग्रेट अचीवमेंट आ प्लैनिंग दी, क्योंकि लार्ज स्केल इंपोर्ट सबसटीट्यूट्स ऑफ आयरन स्टील, कि जिहड़ी इंडिया ने पहला आयरन ते स्टील दा इंपोर्ट्स करदी सी, ਹੁਣ ਕੀ ਉਹਨਾਂ ਦਾ ਸਬਸਟੀਟਿਊਟ ਕਿ ਦੇਸ਼ ਦੇ ਅੰਡਰ ਹੀ ਉਹਨਾਂ ਦਾ ਪ੍ਰੋਡਕਸ਼ਨ ਕੀਤਾ ਜਾਂਦਾ, ਆਇਰਨ, ਸਟੀਲ, ਮਸ਼ੀਨਰੀ, ਫਰਟੀਲਾਈਜ਼ਰਸ, ਹੁਣ ਉਹਨਾਂ ਦੇ ਇੰਪੋਰਟਸ ਇਹਨਾਂ ਆਈਟਮਸ ਨੂੰ ਰਿਡਿਊਸ ਕਰ ਦਿੱਤਾ ਗਿਆ, ਜਿਸ ਨਾਲ ਕੀ ਹੋਇਆ ਸਾਡੀ ਇਕੋਨਮੀ ਦੀ ਫੋਰਨ ਕੰਟਰੀ ਦੀ ਜਿਹੜੀ ਡਿਪੈਂਡੈਂਸ ਆ ਉਹ ਵੀ ਰਿਡਿਊਸ ਹੋ ਗਈ ਆ। ਇਟ ਹੈਜ਼ ਆਲਸੋ ਹੈਲਪ ਟੂ ਇੰਪਰੂਵ ਬੈਲੈਂਸ ਆਫ ਪੇਮੈਂਟ ਪੋਜੀਸ਼ਨ। ਡਿਵੈਲਪਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ। During planning period, significant growth of science and technology has been achieved। ਇਨਫੋਰਮੇਸ਼ਨ ਟੈਕਨੋਲੋਜੀ ਦੇ ਫੀਲਡ ਵਿੱਚ ਸਿਗਨੀਫਿਕੈਂਟ ਪ੍ਰੋਗਰੈਸ ਨੂੰ ਅਚੀਵ ਕੀਤਾ ਗਿਆ। ਨਾਓ ਇੰਡੀਆ ਸਪਲਾਇਰਸ ਮੈਨ ਪਾਵਰ ਟੂ ਫੋਰਨ ਕੰਟਰੀਜ਼ ਫॉर द ਇਨਫੋਰਮੇਸ਼ਨ ਟੈਕਨੋਲੋਜੀ ਸੈਕਟਰ। Today, India control more than half of the global market in IT services. Next is structural and institutional changes. During planning period ਦੇ ਵਿੱਚ ਬਹੁਤ ਸਾਰੇ ਪੋਜ਼ੀਟਿਵ ਸਟਰਕਚਰਲ ਤੇ ਇੰਸਟੀਟਿਊਸ਼ਨਲ ਚੇਂਜਸ ਆਏ। It includes expansion of public sector, introduction of private price support system, public distribution system, development of financial institution etc. ਇਸ ਤੋਂ ਇਲਾਵਾ ਜਿਹੜਾ ਲਿਬਰਲਾਈਜੇਸ਼ਨ, ਗਲੋਬਲਾਈਜੇਸ਼ਨ ਅਤੇ ਪ੍ਰਾਈਵੇਟਾਈਜੇਸ਼ਨ ਦੀ ਪੋਲਿਸੀ ਨੂੰ ਅਡੋਪਟ ਕੀਤਾ, ਉਹ ਵੀ ਇੱਕ ਪੋਜ਼ੀਟਿਵ ਇੰਸਟੀਟਿਊਸ਼ਨਲ ਅਤੇ ਸਟਰਕਚਰਲ ਚੇਂਜ ਆ ਫॉर ਇਕੋਨਮੀ ਦੇ ਲਈ। ਨੈਕਸਟ ਇਜ਼ ਲੈਸ ਸਾਈਕਲੀਕਲ ਫਲਕਚੁਏਸ਼ਨ। ਇਕਨੋਮਿਕ ਪਲੈਨਿੰਗ ਦੇ ਕਾਰਨ ਇਕੋਨਮੀ ਦੇ ਵਿੱਚ ਜਿਹੜੀ ਸਾਈਕਲੀਕਲ ਫਲਕਚੁਏਸ਼ਨ ਆਉਂਦੀ ਸੀ ਉਸ ਦੇ ਵਿੱਚ ਵੀ ਬਹੁਤ ਜ਼ਿਆਦਾ ਕਮੀ ਆਈ। ਇਕੋਨਮੀ ਇਜ਼ ਲੈਸ ਕਨਫਰੰਟਡ ਵਿਦ ਸਿਚੁਏਸ਼ਨ ਲਾਈਕ ਬੂਮ, ਡਿਪਰੈਸ਼ਨ, ਅਨਐਮਪਲੋਇਮੈਂਟ, ਓਵਰ ਪ੍ਰੋਡਕਸ਼ਨ ਐਕਸੈਕਟਰਾ। ਇਕਨੋਮਿਕ ਪਲੈਨਿੰਗ ਇੱਕ ਇੰਸਟਰੂਮੈਂਟਲ ਆ ਜੋ ਕਿ ਇਕਨੋਮਿਕ ਨੂੰ ਕੰਟਰੀ ਦੀ ਇਕੋਨਮੀ ਨੂੰ ਸਟੇਬਿਲਿਟੀ ਦੇ ਵਿੱਚ ਤੇ ਰੱਖਦੀ ਆ। ਆਲ ਇਕਨੋਮਿਕ ਐਕਟੀਵਿਟੀਜ਼ ਆਰ ਪ੍ਰੋਪਰਲੀ ਕੋਆਰਡੀਨੇਟ। Next is production according to needs. In economic planning ਜਿਹੜੀ ਪਲੈਨਿੰਗ ਅਥਾਰਟੀ ਹੁੰਦੀ ਆ ਉਹ ਜਦੋਂ ਪਲਾਨ ਫਾਰਮੂਲੇਟ ਕਰਦੀ ਆ ਉਹ ਨੈਚੁਰਲ, ਹਿਊਮਨ ਅਤੇ ਫਿਜ਼ੀਕਲ ਰਿਸੋਰਸ ਨੂੰ ਧਿਆਨ ਵਿੱਚ ਰੱਖ ਕੇ ਇਸ ਤਰ੍ਹਾਂ ਪਲਾਨ ਬਣਾਉਂਦੀ ਹੈ ਕਿ ਜਿਹੜੇ ਸਾਰੇ ਰਿਸੋਰਸ ਦਾ ਪ੍ਰੋਪਰਲੀ ਯੂਟੀਲਾਈਜੇਸ਼ਨ ਹੋਵੇ ਅਤੇ ਜਿਹੜਾ ਪ੍ਰੋਡਕਸ਼ਨ ਹੋਵੇ ਇਹ ਅਕੋਰਡਿੰਗ ਟੂ ਰਿਕੁਆਇਰਮੈਂਟ ਹੋਵੇ ਇਕੋਨਮੀ ਦੀ। ਨੈਕਸਟ ਇਜ਼ ਬੈਲੈਂਸਡ ਇਕਨੋਮਿਕ ਗਰੋਥ। ਪਲੈਨਿੰਗ ਅਥਾਰਟੀ ਦੇ ਜਦੋਂ ਪਲੈਨਿੰਗ ਦੇ ਅਕੋਰਡਿੰਗ ਅਸੀਂ ਇਕੋਨਮੀ ਗਰੋਥ ਕਰਦੀ ਆ ਦੈਨ ਇੱਕ ਇਕੋਨਮੀ ਬੈਲੈਂਸਡ ਇਕਨੋਮਿਕ ਗਰੋਥ ਨੂੰ ਅਚੀਵ ਕਰਦੀ ਆ। ਇਟ ਏਮਸ ਐਟ securing balanced regional and sectoral growth. Next is right use and conservation of natural resources. Government ensures proper use and conservation of natural resource under economic planning. ਇਕਨੋਮਿਕ ਪਲੈਨਿੰਗ ਦੇ ਵਿੱਚ ਗਵਰਨਮੈਂਟ ਇਹ ਇਨਸ਼ੋਰ ਕਰਦੀ ਹੈ ਕਿ ਜਿਹੜੀ ਨੈਚੁਰਲ ਰਿਸੋਰਸ ਆ ਉਹਨਾਂ ਦਾ ਪ੍ਰੋਪਰਲੀ ਸਹੀ ਯੂਜ਼ ਹੋਵੇ। ਵਾਈਲ ਮੇਕਿੰਗ ਯੂਜ਼ ਆਫ ਦਿਸ ਸਕੇਅਰਸ ਰਿਸੋਰਸਿਸ, ਕਿ ਗਵਰਨਮੈਂਟ ਇਹ ਸਿਕਿਉਰ ਕਰਦੀ ਹੈ ਕਿ ਇਹਨਾਂ ਦੀ ਜਿਹੜੀ ਵੇਸਟੇਜ ਆ ਉਹ ਬਹੁਤ ਘੱਟ ਹੋਵੇ। ਯੂਜ਼ ਆਫ ਮਿਨਰਲਸ ਸੱਚ ਐਜ਼ ਆਇਲ, coal etc. is made keeping in view not only the present generation but also future generation। ਕਿ ਜਿਹੜੇ ਆਇਲਸ ਅਤੇ ਕੋਲ ਦਾ ਯੂਜ਼ ਇਸ ਤਰ੍ਹਾਂ ਕਰਨਾ ਗਵਰਨਮੈਂਟ ਇਸ ਤਰ੍ਹਾਂ ਇਨਸ਼ੋਰ ਕਰਦੀ ਆ ਕਿ ਇਹਨਾਂ ਦਾ ਪ੍ਰੋਪਰਲੀ ਰਾਈਟ ਯੂਜ਼ ਹੋਵੇ, ਕਿ ਇਹਨਾਂ ਦੀ ਜਿਹੜੀ ਵੇਸਟੇਜ ਘੱਟ ਹੋਵੇ। ਬਿਕੋਜ਼ ਸਿਰਫ ਪ੍ਰੈਜੈਂਟ ਜਨਰੇਸ਼ਨ ਦੇ ਯੂਜ਼ ਲਈ ਨਹੀਂ, ਇਸ ਨੂੰ ਫਿਊਚਰ ਜਨਰੇਸ਼ਨ ਦੇ ਯੂਜ਼ ਲਈ ਵੀ ਉਸਨੇ ਸੇਵ ਕੀਤਾ ਜਾ ਸਕੇ।